ਵੈਲਕਮ ਇਨ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ। ਅੱਜ ਆਪਾਂ ਪੋਲੀਟੀਕਲ ਸਾਇੰਸ ਦੇ MCQ ਸੋਲਵ ਕਰਾਂਗੇ ਜਿਹੜੇ ਕਿ ਤੁਹਾਡੇ ਜੀਕੇ ਤੇ ਸਟੈਟਿਕ ਜੀਕੇ ਦੇ ਨਾਲ ਸੰਬੰਧਿਤ ਨੇਗੇ। ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਬਾਅਦ PTET CTET ਦੇ ਵਿੱਚ ਜਾਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕੋਈ ਵੀ ਕੁਐਸਚਨ ਨਹੀਂ ਬਣ ਕੇ ਆਊਗਾ। ਸਾਰੇ ਦੇ ਸਾਰੇ ਜਿਹੜੇ ਪੋਲੀਟੀਕਲ ਦੇ 22 ਦੇ 22 ਪਾਰਟ ਆਪਾਂ MCQ ਦੇ ਜ਼ਰੀਏ ਸੋਲਵ ਕਰਾਂਗੇ। ਠੀਕ ਹੈ ਜੀ, ਤਾਂ ਦੇਖਦੇ ਹਾਂ ਆਪਾਂ। ਆਪਣੇ ਕੋਲੇ ਅੱਜ ਹੈਗਾ ਭਾਰਤੀ ਸੰਵਿਧਾਨ ਦਾ ਪਹਿਲਾ ਭਾਗ। ਤਾਂ ਪਹਿਲਾ ਭਾਗ ਇੱਕ ਕੁਐਸਚਨ ਆਪਾਂ ਨੂੰ ਬਣ ਕੇ ਆਉਂਦਾ ਹੁੰਦਾ ਕਿ ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਸੰਵਿਧਾਨ ਦੇ ਕਿਹੜੇ ਵਿਸ਼ੇ ਦੇ ਨਾਲ ਸੰਬੰਧਿਤ ਆ, ਤਾਂ ਉਹ ਵੀ ਕਰਾਂਗੇ। ਇੱਕ ਕੁਐਸਚਨ ਬਣ ਕੇ ਆਉਂਦਾ ਵੀ ਭਾਰਤੀ ਸੰਵਿਧਾਨ ਦੇ ਕਿਹੜੇ ਵਿਸ਼ੇ ਦੇ ਵਿੱਚ ਜਾਂ ਕਿਹੜੇ ਪਾਰਟ ਦੇ ਵਿੱਚ ਕਿੰਨੇ ਆਰਟੀਕਲ ਨੇ, ਉਹ ਵੀ ਆਪਾਂ ਕਰਾਂਗੇ। ਤਾਂ ਜਿਵੇਂ ਆਪਣੇ ਕੋਲੇ ਅੱਜ ਪਹਿਲਾ ਕੁਐਸਚਨ ਹੈਗਾ ਭਾਰਤੀ ਸੰਵਿਧਾਨ ਦਾ ਭਾਗ 1 ਸੰਬੰਧਿਤ ਆ, ਤਾਂ ਭਾਗ 1 ਤਾਂ ਨਾਗਰਿਕਤਾ ਜਿਹੜਾ ਹੈਗਾ ਆਪਣੇ ਕੋਲੇ ਪਹਿਲਾਂ ਤਾਂ ਆਪਾਂ ਆਪਸ਼ਨਾਂ ਦੇਖਣੀਆਂ ਨੇ ਸਾਰੀਆਂ। ਠੀਕ ਆ ਜੀ, ਤਾਂ ਨਾਗਰਿਕਤਾ ਜਿਹੜਾ ਆਪਣੇ ਕੋਲੇ ਦੂਜੇ ਭਾਗ ਦੇ ਵਿੱਚ ਹੈਗਾ। ਮੌਲਿਕ ਅਧਿਕਾਰ ਜਿਹੜੇ ਆਪਣੇ ਕੋਲੇ ਤੀਜੇ ਭਾਗ ਦੇ ਵਿੱਚ ਨੇ। ਪੰਚਾਇਤੀ ਰਾਜ ਆਪਣੇ ਕੋਲੇ 9ਵੇਂ ਭਾਗ ਦੇ ਵਿੱਚ ਆ। ਤਾਂ ਡੀ ਆਪਸ਼ਨ ਆਪਣੇ ਕੋਲੇ ਹੈਗੀ ਸੰਘ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼। ਤਾਂ ਭਾਗ 1 ਦੇ ਨਾਲ ਸੰਬੰਧਿਤ ਆ ਡੀ ਆਪਸ਼ਨ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਸੰਘ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼। ਇਹਦੀ ਡੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋਊਗੀ। ਤਾਂ ਇਸ ਤਰ੍ਹਾਂ ਆਪਾਂ ਕੁਐਸਚਨ ਜਿਹੜੇ ਸੋਲਵ ਕਰਨੇ ਨੇ। ਇਹ ਵੀ ਨਹੀਂ ਹੈਗਾ ਵੀ ਆਪਾਂ ਨੇ ਸਾਰੀ ਕੁਐਸਚਨ ਪੜ੍ਹਿਆ ਤੇ ਉਹਦੀ ਆਨਸਰ ਜਿਹੜਾ ਟਿਕ ਕਰਤਾ। ਪਹਿਲਾਂ ਸਾਰੇ ਪੜ੍ਹੋ ਉਹਨਾਂ ਦੇ ਵਿੱਚ ਕੀ ਲਿਖਿਆ ਹੋਇਆ ਹੈਗਾ। ਠੀਕ ਹੈ ਜੀ, ਹੋ ਸਕਦਾ ਐਗਜ਼ਾਮੀਨਰ ਨੇ ਕਿਸੇ ਹੋਰ ਹਿਸਾਬ ਦੇ ਨਾਲ ਕੁਐਸਚਨ ਬਣਾਇਆ ਹੋਵੇ। ਤਾਂ ਇਹ ਆਪਣਾ ਪਹਿਲਾ ਕੁਐਸਚਨ ਸੀ। ਦੂਜਾ ਕੁਐਸਚਨ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਪੁੱਛਿਆ ਜਾਊਗਾ ਵੀ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਕਿੰਨੇ ਆਰਟੀਕਲ ਆਉਂਦੇ ਨੇ, ਤਾਂ ਉਹ ਵੀ ਆਪਾਂ ਦੇਖਾਂਗੇ। ਸੰਵਿਧਾਨ ਦੇ ਭਾਗ 1 ਦੇ ਵਿੱਚ ਕੁੱਲ ਕਿੰਨੇ ਅਨੁਛੇਦ ਆਉਂਦੇ ਹਨ, ਤਾਂ ਇੱਥੇ ਆਪਾਂ ਦੇਖਾਂਗੇ C ਆਪਸ਼ਨ ਜਿਹੜੀ ਬਿਲਕੁਲ ਸਹੀ ਹੈ। ਇਹਦੀ 1 ਤੋਂ 4 ਆਉਂਦੇ ਨੇ, 5 ਤੋਂ 11 ਜਿਹੜੇ ਭਾਰਤੀ ਸੰਵਿਧਾਨ ਦੇ ਦੂਜੇ ਭਾਗ ਦੇ ਵਿੱਚ ਆਉਂਦੇ ਨੇ ਆਰਟੀਕਲ। ਤਾਂ ਇਹਦੀ C ਆਪਸ਼ਨ ਬਿਲਕੁਲ ਸਹੀ ਆ। ਤੀਜਾ ਭਾਰਤ ਰਾਜਾਂ ਦਾ ਇੱਕ ਸੰਘ ਹੈ, ਕਿਸ ਅਨੁਛੇਦ ਦੇ ਵਿੱਚ ਦਾ ਵਰਣਨ ਆਪਾਂ ਕੀਤਾ। ਹੁਣ ਭਾਰਤੀ ਸੰਵਿਧਾਨ ਦੇ ਪਹਿਲੇ ਭਾਗ ਦੇ ਵਿੱਚ ਆਰਟੀਕਲ ਆਉਂਦੇ ਨੇ 1 ਤੋਂ 4 ਤੱਕ। ਤਾਂ ਭਾਰਤ ਰਾਜਾਂ ਦਾ ਇੱਕ ਸੰਘ ਹੈ। ਉੱਥੇ ਜ਼ਰੂਰੀ ਵੀ ਨਹੀਂ ਆਪਾਂ ਨੂੰ ਵੀ ਭਾਰਤ ਰਾਜਾਂ ਦਾ ਇੱਕ ਸੰਘ ਲਿਖਿਆ ਹੋਊਗਾ। ਤਾਂ ਇਹ ਆਪਣੇ ਕੋਲੋਂ ਬਣਾ ਲੈਣਾ ਆਪਾਂ। ਤਾਂ ਉੱਥੇ ਹੋ ਸਕਦਾ ਭਾਰਤ ਰਾਜਾਂ ਦਾ ਸੰਘ ਹੈ, ਤਾਂ ਉੱਥੇ ਬਣਾ ਲੈਣਾ ਆਪਾਂ ਭਾਰਤ ਰਾਜਾਂ ਦਾ ਇੱਕ ਸੰਘ ਹੈ। ਤਾਂ ਆਰਟੀਕਲ ਆ ਜਾਊ ਆਪਣੇ ਕੋਲ 1 ਤੋਂ 1। ਤਾਂ ਇਹਦੀ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਆ। ਉਸ ਤੋਂ ਬਾਅਦ ਨਵੇਂ ਰਾਜ ਦਾ ਪ੍ਰਵੇਸ਼ ਜਾਂ ਸਥਾਪਨਾ ਦਾ ਵਰਣਨ ਸੰਵਿਧਾਨ ਦੇ ਕਿਸ ਅਨੁਛੇਦ ਦੇ ਵਿੱਚ ਆਉਂਦਾ ਹੈ। ਤਾਂ ਨਵੇਂ ਜਦੋਂ ਆਪਾਂ ਪੰਜਾਬੀ ਦੇ ਵਿੱਚ ਨਵਾਂ ਲਿਖਦੇ ਹਾਂ ਤਾਂ ਨਵਾਂ 2 ਅੱਖਰਾਂ ਦੇ ਵਿੱਚ ਪੈਂਦਾ। ਤਾਂ ਨਵੇਂ ਰਾਜ ਦੇ ਨਾਲ ਸੰਬੰਧਿਤ ਜਿਹੜਾ ਆਰਟੀਕਲ ਆਪਣੇ ਕੋਲੇ 2 ਆਊਗਾ। ਤਾਂ ਇਹਦੀ ਇਹ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਆ। ਇਸ ਤੋਂ ਬਾਅਦ ਮੌਜੂਦਾ ਰਾਜਾਂ ਦੇ ਨਾਮ ਸੀਮਾਵਾਂ ਅਤੇ ਖੇਤਰਾਂ ਵਿੱਚ ਬਦਲਾਅ ਕਰਨ ਨਾਲ ਸੰਬੰਧਿਤ ਅਨੁਛੇਦ ਕਿਹੜਾ ਗਾ। ਤਾਂ ਨਾਮ ਬਦਲ ਤੋਂ ਯਾਦ ਰੱਖ ਲੈਣਾ। ਬਦਲ ਜਿਹੜਾ 3 ਅੱਖਰਾਂ ਦੇ ਵਿੱਚ ਪੈਂਦਾ। ਨਾਮ ਬਦਲ ਸੀਮਾਵਾਂ ਖੇਤਰਾਂ ਦੇ ਵਿੱਚ ਬਦਲਾਅ ਕਰਨ ਦੇ ਨਾਲ ਸੰਬੰਧਿਤ ਆਰਟੀਕਲ ਜਿਹੜਾ ਹੈਗਾ ਆਪਣੇ ਕੋਲੇ 3 ਆਊਗਾ। ਤਾਂ ਇਹਦੀ B ਆਪਸ਼ਨ ਜਿਹੜੀ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਸੰਵਿਧਾਨ ਦੀ ਪਹਿਲੀ ਅਨੁਸੂਚੀ ਅਰਥਾਤ ਭਾਰਤ ਸੰਘ ਵਿੱਚ ਰਾਜਾਂ ਦੇ ਨਾਮ ਅਤੇ ਚੌਥੀ ਅਨੁਸੂਚੀ ਹਰੇਕ ਰਾਜ ਦੇ ਲਈ ਰਾਜ ਸਭਾ ਵਿੱਚ ਸੀਟਾਂ ਦੀ ਸੰਖਿਆ ਦੇ ਬਦਲਾਅ ਦੀ ਆਗਿਆ ਦਿੰਦਾ ਹੈ। ਹੁਣ ਇਹ ਆਪਾਂ ਉਦੋਂ ਵੀ ਕਰਾਂਗੇ ਜਦੋਂ ਆਪਾਂ ਸੰਵਿਧਾਨ ਦੀਆਂ ਅਨੁਸੂਚੀਆਂ ਕਰਾਂਗੇ। ਉੱਥੇ ਵੀ ਆਪਾਂ ਕਰਾਂਗੇ ਕਿਹੜੀ ਅਨੁਸੂਚੀ ਦੇ ਵਿੱਚ ਸੰਵਿਧਾਨ ਦੀ ਕਿਹੜੀ ਟਰਮ ਆਉਂਦੀ ਹੈ। ਠੀਕ ਹੈ ਜੀ, ਤਾਂ ਇੱਥੇ ਆਪਣੇ ਕੋਲੇ ਕੀ ਹੈਗਾ ਹੁਣ ਪਹਿਲੀ ਅਨੁਸੂਚੀ ਅਰਥਾਤ ਭਾਰਤ ਸੰਘ ਵਿੱਚ ਰਾਜਾਂ ਦੇ ਨਾਮ, ਚੌਥੀ ਅਨੁਸੂਚੀ ਹਰੇਕ ਰਾਜ ਦੇ ਲਈ ਰਾਜ ਸਭਾ ਦੀਆਂ ਸੀਟਾਂ ਦੀ ਸੰਖਿਆ ਦੇ ਬਦਲਾਅ ਲਈ ਆਗਿਆ ਦਿੰਦਾ ਹੈ ਆਰਟੀਕਲ 4। ਤਾਂ ਇਹਦੀ C ਆਪਸ਼ਨ ਬਿਲਕੁਲ ਸਹੀ ਆ। ਤਾਂ ਇੱਥੋਂ ਆਪਣੇ ਜਿਹੜੇ ਨੇ 1 ਤੋਂ ਲੈ ਕੇ 4 ਤੱਕ ਆਰਟੀਕਲ ਜਿਹੜੇ ਭਾਰਤੀ ਸੰਵਿਧਾਨ ਦੇ ਪਹਿਲੇ ਭਾਗ ਦੇ ਵਿੱਚ ਆਉਂਦੇ ਨੇ ਉਹ ਕੰਪਲੀਟ ਹੋ ਗਏ। ਹੋਰ ਭਾਰਤੀ ਸੰਵਿਧਾਨ ਦੇ ਪਹਿਲੇ ਭਾਗ ਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਨੇ ਉਹ ਵੀ ਆਪਾਂ ਦੇਖਾਂਗੇ। ਅਗਲਾ ਕੁਐਸਚਨ ਆਪਣੇ ਕੋਲੇ ਆਜ਼ਾਦੀ ਸਮੇਂ ਕੁੱਲ ਦੇਸੀ ਰਿਆਸਤਾਂ ਦੀ ਸੰਖਿਆ ਕਿੰਨੀ ਸੀ। ਦੇਸੀ ਰਿਆਸਤਾਂ ਜਿਹੜੀਆਂ ਪ੍ਰਿੰਸਲੀ ਸਟੇਟਸ ਸੀ ਆਪਣੀਆਂ, ਉਹਨਾਂ ਦੀ ਸੰਖਿਆ ਹੈਗੀ ਸੀ ਆਪਣੇ ਕੋਲੇ 565। ਤਾਂ ਇਹਦੀ A ਆਪਸ਼ਨ ਬਿਲਕੁਲ ਸਹੀ ਹੋਊਗੀ। ਤਾਂ 565 ਜਿਹੜੀਆਂ ਆਪਣੇ ਕੋਲੇ ਦੇਸੀ ਰਿਆਸਤਾਂ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਭਾਰਤ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਸੀਗਾ। ਕਿਹੜੀ ਰਿਆਸਤ ਸੀ ਜੋ ਆਪਣਾ ਸੁਤੰਤਰ ਰਾਜ ਪ੍ਰਬੰਧ ਰੱਖਣਾ ਚਾਹੁੰਦੀ ਸੀ। ਤਾਂ ਆਪਾਂ ਦੇਖਾਂਗੇ ਜੰਮੂ ਕਸ਼ਮੀਰ ਵੀ ਰੱਖਣਾ ਚਾਹੁੰਦੀ ਸੀ, ਜੂਨਾਗੜ੍ਹ ਵੀ ਰੱਖਣਾ ਚਾਹੁੰਦੀ ਸੀ, ਹੈਦਰਾਬਾਦ ਵੀ ਰੱਖਣਾ ਚਾਹੁੰਦੀ ਸੀ। ਤਾਂ ਇਹ ਸਾਰੀਆਂ ਹੀ ਰਿਆਸਤਾਂ ਜਿਹੜੀਆਂ ਸੀ ਆਪਣਾ ਸੁਤੰਤਰ ਰਾਜ ਪ੍ਰਬੰਧ ਰੱਖਣਾ ਚਾਹੁੰਦੀਆਂ ਸੀ। ਤਾਂ ਇਹਦੀ D ਆਪਸ਼ਨ ਬਿਲਕੁਲ ਸਹੀ ਆ ਜੂ ਕਿਉਂਕਿ ਇਹ 'ਚ ਲਿਖਿਆ ਹੋਇਆ ਸਾਰੇ। ਤਾਂ ਉੱਥੇ ਸਾਰੇ ਸਹੀ ਆਉਣਗੇ। ਉਸ ਤੋਂ ਬਾਅਦ ਜੰਮੂ ਕਸ਼ਮੀਰ ਨਾਲ ਜਵਾਹਰ ਲਾਲ ਨਹਿਰੂ ਦੀ ਕਿਹੜੀ ਸੰਧੀ ਹੋਈ ਸੀ। ਤਾਂ ਹੁਣ ਯਾਦ ਰੱਖਣਾ ਜੰਮੂ ਕਸ਼ਮੀਰ ਦੇ ਨਾਲ ਜਵਾਹਰ ਲਾਲ ਨਹਿਰੂ ਦੀ ਸੰਧੀ ਹੋਈ ਸੀ। ਇਹ ਵੀ ਪੁੱਛ ਸਕਦੇ ਨੇ ਜੰਮੂ ਕਸ਼ਮੀਰ ਦੇ ਨਾਲ ਸੰਧੀ ਕਿਹਦੀ ਹੋਈ ਸੀ। ਤਾਂ ਜਵਾਹਰ ਲਾਲ ਨਹਿਰੂ ਦੀ ਹੋਈ ਸੀ ਮਹਾਰਾਜਾ ਹਰੀ ਸਿੰਘ ਦੇ ਨਾਲ। ਤਾਂ ਕਿਹੜੀ ਸੰਧੀ ਹੋਈ ਸੀ ਉਹਦਾ ਨਾਮ ਹੈਗਾ ਇੰਸਟਰੂਮੈਂਟ ਆਫ ਐਕਸੈਸ਼ਨ ਸੰਧੀ। ਠੀਕ ਹੈ ਜੀ, ਇੰਸਟਰੂਮੈਂਟ ਆਫ ਐਕਸੈਸ਼ਨ ਸੰਧੀ ਕਦੋਂ ਹੋਈ ਸੀ ਉਹ ਵੀ ਆਪਾਂ ਦੇਖਾਂਗੇ। ਇੰਸਟਰੂਮੈਂਟ ਆਫ ਐਕਸੈਸ਼ਨ ਸੰਧੀ ਜਿਹੜੀ ਕਦੋਂ ਹੋਈ ਸੀ। ਹੁਣ ਆ ਗਿਆ ਆਪਣੇ ਕੋਲੇ ਪਹਿਲਾਂ ਤਾਂ ਕਿਹੜੀ ਸੰਧੀ ਹੋਈ ਸੀਗੀ ਇੰਸਟਰੂਮੈਂਟ ਆਫ ਐਕਸੈਸ਼ਨ ਸੰਧੀ। ਜੰਮੂ ਕਸ਼ਮੀਰ ਨੂੰ ਜਿਹੜਾ ਗਾ ਦੇਸੀ ਰਿਆਸਤ ਸੀ ਉਹਨੂੰ ਭਾਰਤ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਹੋਈ ਸੀ। ਤਾਂ ਉਹ ਕਦੋਂ ਹੋਈ ਸੀ ਆਪਣੇ ਕੋਲੇ 26 ਅਕਤੂਬਰ 1948 ਨੂੰ।
ठीक है जी। 26 अक्तूबर 1948, 26 अक्तूबर 1947, 26 अक्तूबर 1949। तो ये जी 26 अक्तूबर 1947 ਨੂੰ ਹੋਈ ਸੀਗੀ महाराजा हरी सिंह ਤੇ जवाहर लाल नेहरू ਦੇ ਵਿਚਾਲੇ। ਤਾਂ ਆਪਣੇ ਕੋਲੇ ਅੱਗੇ ਕੁਐਸਚਨ ਵੀ ਬਣ ਕੇ ਆ ਗਿਆ, ਇੰਸਟਰੂਮੈਂਟ ਆਫ ਐਕਸੈਸ਼ਨ ਸੰਧੀ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ। ਹੁਣ ਇੱਥੇ ਪੁੱਛਿਆ ਗਿਆ ਭਾਰਤ ਦਾ ਗਵਰਨਰ ਜਨਰਲ, ਜਿਹੜੇ ਆਪਾਂ ਮਾਡਰਨ ਹਿਸਟਰੀ ਦੇ ਵਿੱਚ ਕਵਰ ਕਰਾਂਗੇ ਵੀ ਭਾਰਤ ਦਾ ਗਵਰਨਰ ਜਨਰਲ ਕਿਸ ਸਮੇਂ ਕਿਹੜਾ ਸੀ। ਤਾਂ ਇੱਥੇ ਆਪਾਂ ਨੂੰ ਪੁੱਛਿਆ ਗਿਆ ਵੀ ਇੰਸਟਰੂਮੈਂਟ ਆਫ ਐਕਸੈਸ਼ਨ ਸੰਧੀ। ਹੁਣ ਆਪਾਂ ਪੜ੍ਹਿਆ ਪਿੱਛੇ ਵੀ ਇੰਸਟਰੂਮੈਂਟ ਐਕਸੈਸ਼ਨ ਸੰਧੀ ਜਿਹੜੀ 26 ਅਕਤੂਬਰ 1947 ਨੂੰ ਹੋਈ ਆ। ਤਾਂ ਉਸ ਸਮੇਂ ਜਿਹੜਾ ਭਾਰਤ ਦਾ ਗਵਰਨਰ ਜਨਰਲ ਸੀਗਾ ਲਾਰਡ ਮਾਊਂਟਬੈਟਨ ਸੀਗਾ, ਲਾਰਡ ਮਾਊਂਟਬੈਟਨ ਆਖਰੀ ਗਵਰਨਰ ਜਨਰਲ ਸੀ ਹੈ ਬ੍ਰਿਟਿਸ਼ ਵੱਲੋਂ। ਠੀਕ ਹੈ ਜੀ। ਇੰਸਟਰੂਮੈਂਟ ਐਕਸੈਸ਼ਨ ਸੰਧੀ ਜਵਾਹਰ ਲਾਲ ਨਹਿਰੂ ਦੁਆਰਾ ਜੰਮੂ ਦੇ ਕਿਸ ਮਹਾਰਾਜਾ ਦੇ ਨਾਲ ਕੀਤੀ ਗਈ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਪਹਿਲਾਂ ਦੇਖਣਾ ਵੀ ਕਦੋਂ ਹੋਈ, ਆਪਾਂ ਪਿੱਛੇ ਪੜ੍ਹੇ 26 ਅਕਤੂਬਰ 1947 ਨੂੰ। ਫਿਰ ਇਹ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ, ਇਹ ਵੀ ਆਪਾਂ ਉਸ ਕੁਐਸਚਨ ਦੇ ਵਿੱਚ ਸੋਲਵ ਕਰ ਲਿਆ ਸੀ। ਤਾਂ ਜਵਾਹਰ ਲਾਲ ਨਹਿਰੂ ਦੁਆਰਾ ਜੰਮੂ ਕਸ਼ਮੀਰ ਦੀ ਸੰਧੀ ਜਿਹੜੀ ਕਿਸ ਮਹਾਰਾਜਾ ਦੇ ਨਾਲ ਹੋਈ ਆ, ਤਾਂ ਇਹ ਹੋਈ ਸੀਗੀ ਮਹਾਰਾਜਾ ਹਰੀ ਸਿੰਘ ਦੇ ਨਾਲ। ਤਾਂ ਜੰਮੂ ਕਸ਼ਮੀਰ ਦੀ ਜਿਹੜੀ ਇੰਸਟਰੂਮੈਂਟ ਆਫ ਐਕਸੈਸ਼ਨ ਸੰਧੀ ਆ ਉਹ ਮਹਾਰਾਜਾ ਹਰੀ ਸਿੰਘ ਦੇ ਨਾਲ ਹੋਈ ਸੀ। ਤਾਂ ਇਹਦੀ ਸੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਆਪਸ਼ਨ ਹੋਊਗੀ। ਇਸ ਤੋਂ ਬਾਅਦ ਭਾਰਤੀ ਰਿਆਸਤ ਨੂੰ ਜੂਨਾਗੜ੍ਹ ਗੁਜਰਾਤ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਵਾਇਆ ਗਿਆ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਵੀ ਪੁੱਛ ਸਕਦਾ ਐਗਜ਼ਾਮੀਨਰ ਵੀ ਜਿਹੜੀ ਜੂਨਾਗੜ੍ਹ ਰਿਆਸਤ ਆ ਉਹ ਭਾਰਤ ਦੇ ਕਿਸ ਰਾਜ ਦੇ ਵਿੱਚ ਪੈਂਦੀ ਸੀ। ਤਾਂ ਉੱਥੋਂ ਯਾਦ ਰੱਖਣਾ ਗੁਜਰਾਤ ਦੇ ਵਿੱਚ। ਗੁਜਰਾਤ ਦੇ ਨਾਲ ਇਹਦਾ ਸੰਬੰਧਿਤ ਆ ਜੂਨਾਗੜ੍ਹ ਦਾ। ਜਿਵੇਂ ਹੈਦਰਾਬਾਦ ਦਾ ਆਪਾਂ ਕਰਾਂਗੇ ਉਹਦਾ ਆਂਧਰਾ ਦੇ ਨਾਲ ਆ, ਤਾਂ ਇੱਥੇ ਜੂਨਾਗੜ੍ਹ ਦਾ ਕਾਹਦੇ ਨਾਲ ਆ, ਗੁਜਰਾਤ ਦੇ ਨਾਲ। ਤਾਂ ਭਾਰਤੀ ਸੰਘ ਵਿੱਚ ਸ਼ਾਮਲ ਕੀਤਾ ਗਿਆ ਸੀ ਭਾਰਤ ਦੀ ਦੇਸੀ ਰਿਆਸਤ ਜਿਹੜੀ ਜੂਨਾਗੜ੍ਹ। ਹੁਣ ਆਪਾਂ ਪਹਿਲਾਂ ਇੱਕ ਕਰ ਲਈ ਜੰਮੂ ਕਸ਼ਮੀਰ, ਹੁਣ ਆਪਣੇ ਕੋਲ ਆ ਗਈ ਜੂਨਾਗੜ੍ਹ। ਤਾਂ ਜੂਨਾਗੜ੍ਹ ਨੂੰ ਜਿਹੜਾ ਸ਼ਾਮਲ ਕਰਵਾਇਆ ਗਿਆ ਸੀਗਾ 20 ਫਰਵਰੀ 1948 ਨੂੰ। ਜਿਹੜੀ ਆਪਣੇ ਕੋਲ ਜੰਮੂ ਕਸ਼ਮੀਰ ਸੀ ਉਹਨੂੰ ਆਪਾਂ ਪਿੱਛੇ ਸੋਲਵ ਕਰ ਹੀ ਲਿਆ ਵੀ 26 ਅਕਤੂਬਰ 1947 ਨੂੰ ਕਰਵਾਈ ਗਈ ਸੀ। ਇਹ 20 ਫਰਵਰੀ 1948 ਨੂੰ ਜੂਨਾਗੜ੍ਹ ਕਰਵਾਈ ਗਈ ਸੀ। ਜੂਨਾਗੜ੍ਹ ਨੂੰ ਭਾਰਤੀ ਸੰਘ ਵਿੱਚ ਕਿਸ ਨੀਤੀ ਦੇ ਅਧੀਨ ਲਿਆਂਦਾ ਗਿਆ ਸੀ। ਜਿਵੇਂ ਹੁਣ ਆਪਾਂ ਪੜ੍ਹਿਆ ਸੀ ਜੰਮੂ ਕਸ਼ਮੀਰ ਨੂੰ ਇੰਸਟਰੂਮੈਂਟ ਆਫ ਐਕਸੈਸ਼ਨ ਸੰਧੀ ਦੇ ਨਾਲ ਲਿਆਂਦਾ ਸੀ, ਤਾਂ ਇਹਨੂੰ ਜਿਹੜਾ ਗਾ ਰੈਫਰੈਂਡਮ ਲੋਕ ਮਤ ਦੇ ਨਾਲ ਲਿਆਂਦਾ ਸੀ, ਰੈਫਰੈਂਡਮ ਕਰਾ ਕੇ। ਠੀਕ ਹੈ ਜੀ। ਤਾਂ ਰੈਫਰੈਂਡਮ ਕਰਾ ਕੇ ਜਿਹੜੀ ਜੂਨਾਗੜ੍ਹ ਨੂੰ ਭਾਰਤੀ ਰਾਜਾਂ ਦੇ ਵਿੱਚ ਜਾਂ ਭਾਰਤੀ ਸੰਘ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਹੈਦਰਾਬਾਦ ਦਾ ਸੰਬੰਧ ਕਿਹਦੇ ਨਾਲ ਆ, ਆਂਧਰਾ ਦੇ ਨਾਲ। ਤਾਂ ਹੈਦਰਾਬਾਦ ਨੂੰ ਭਾਰਤੀ ਸੰਘ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਸੀ। ਤਾਂ ਹੈਦਰਾਬਾਦ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਸੀ, ਹੁਣ ਆਪਾਂ ਪੜ੍ਹਿਆ ਵੀ 26 ਅਕਤੂਬਰ 1947 ਨੂੰ ਜੰਮੂ ਕਸ਼ਮੀਰ, 20 ਫਰਵਰੀ 1948 ਨੂੰ ਹੈਦਰਾਬਾਦ ਜਿਹੜੀ ਜੂਨਾਗੜ੍ਹ ਦੇ ਜਿਹੜੀ ਆਪਣੇ ਕੋਲੇ ਗੁਜਰਾਤ ਦੇ ਨਾਲ ਸੰਬੰਧਿਤ ਆ ਜੂਨਾਗੜ੍ਹ। ਤਾਂ ਹੈਦਰਾਬਾਦ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਗਾ 17 ਸਤੰਬਰ 1948 ਨੂੰ। ਤਾਂ ਇਹਦੀ ਸੀ ਆਪਸ਼ਨ ਬਿਲਕੁਲ ਸਹੀ ਆ। ਹੈਦਰਾਬਾਦ ਦਾ ਸੰਬੰਧ ਹੈਗਾ ਗਾ 17 ਸਤੰਬਰ 1948। ਇਸ ਤੋਂ ਬਾਅਦ ਹੈਦਰਾਬਾਦ ਨੂੰ ਕਿਸ ਨੀਤੀ ਦੇ ਅਧੀਨ ਭਾਰਤੀ ਸੰਘ ਦੇ ਵਿੱਚ ਸ਼ਾਮਲ ਕਰਵਾਇਆ ਗਿਆ। ਹੁਣ ਜਿਵੇਂ ਆਪਾਂ ਪੜ੍ਹਿਆ ਗਾ ਜੰਮੂ ਕਸ਼ਮੀਰ ਨੂੰ ਜਿਹੜਾ ਆਪਾਂ ਕਰਵਾਇਆ ਸੀਗਾ ਇੰਸਟਰੂਮੈਂਟ ਆਫ ਐਕਸੈਸ਼ਨ ਸੰਧੀ। ਤਾਂ ਉਸ ਤੋਂ ਬਾਅਦ ਆਪਾਂ ਪੜ੍ਹੇ ਸੀ ਜੂਨਾਗੜ੍ਹ। ਤਾਂ ਜੂਨਾਗੜ੍ਹ ਨੂੰ ਕਰਵਾਇਆ ਸੀ ਰੈਫਰੈਂਡਮ ਲੋਕਮਤ ਦੇ ਨਾਲ। ਤਾਂ ਹੁਣ ਹੈਦਰਾਬਾਦ ਨੂੰ ਜਿਹੜਾ ਭਾਰਤੀ ਸੰਘ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਸੀਗਾ ਪੁਲਿਸ ਐਕਸ਼ਨ। ਤਾਂ ਇਹਦੀ ਇਹ ਆਪਸ਼ਨ ਬਿਲਕੁਲ ਸਹੀ ਆ। ਤਾਂ ਇੱਥੋਂ ਯਾਦ ਰੱਖ ਸਕਦੇ ਹੋ ਹੈਦਰਾਬਾਦ ਤੋਂ ਹੱਦ। ਤਾਂ ਹੱਦ ਤੇ ਕੀ ਹੁੰਦੀ ਆ, ਲੜਾਈ ਦਾ ਸੰਬੰਧ ਪੁਲਿਸ ਦੇ ਨਾਲ। ਤਾਂ ਪੁਲਿਸ ਵੀ ਯਾਦ ਰੱਖ ਸਕਦੇ ਹੋ, ਪੁਲਿਸ ਐਕਸ਼ਨ। ਇਹ ਟ੍ਰਿਕ ਹੁੰਦੀ ਹੈ ਇਹਨੂੰ ਯਾਦ ਰੱਖਣ ਦੀ। ਉਸ ਤੋਂ ਬਾਅਦ ਹੈਦਰਾਬਾਦ ਰਿਆਸਤ ਨੂੰ ਭਾਰਤੀ ਸੰਘ ਵਿੱਚ ਮਿਲਾਉਣ ਲਈ ਕਿਸ ਦੀ ਅਗਵਾਈ ਦੇ ਵਿੱਚ ਸੈਨਾ ਭੇਜੀ ਗਈ ਸੀ। ਤਾਂ ਇੱਥੇ ਹੈਦਰਾਬਾਦ ਨੂੰ ਜਦੋਂ ਭਾਰਤੀ ਸੰਘ ਦੇ ਵਿੱਚ ਸ਼ਾਮਲ ਕਰਵਾਇਆ ਸੀ ਤਾਂ ਗੁਰਦਿਆਲ ਸਿੰਘ ਦੀ ਅਗਵਾਈ ਦੇ ਵਿੱਚ ਸੈਨਾ ਭੇਜੀ ਗਈ ਸੀ। ਫਿਰ ਆਪਣੇ ਕੋਲ ਹੈਗਾ ਦਰ ਕਮਿਸ਼ਨ ਆਊਗਾ, JVP ਕਮੇਟੀ ਆਊਗੀ ਆਪਣੇ ਕੋਲੇ, ਤੇ ਇੱਕ ਸਿਰਾਰ ਮੱਲੂ। ਇਹਨਾਂ ਨੇ ਜਿਹੜੀ ਗੱਲ ਕੀਤੀ ਸੀ ਉਹ ਅੱਗੇ ਆਪਾਂ MCQs ਦੇ ਵਿੱਚ ਸੋਲਵ ਕਰਾਂਗੇ। ਦਰ ਕਮਿਸ਼ਨ ਕਦੋਂ ਸਥਾਪਿਤ ਕੀਤਾ ਗਿਆ ਸੀ ਇੱਥੇ ਆਪਣੇ ਕੋਲੇ। ਤਾਂ ਦਰ ਕਮਿਸ਼ਨ ਜਿਹੜਾ ਸਥਾਪਿਤ ਕੀਤਾ ਗਿਆ ਸੀ ਜੂਨ 1948 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ। ਤਾਂ ਇਹਦੀ A ਆਪਸ਼ਨ ਬਿਲਕੁਲ ਸਹੀ ਹੋਊਗੀ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਦਰ ਕਮਿਸ਼ਨ ਕਿਸ ਦੀ ਅਗਵਾਈ ਦੇ ਵਿੱਚ ਗਠਿਤ ਕੀਤਾ ਗਿਆ ਸੀ। ਤਾਂ ਦਰ ਕਮਿਸ਼ਨ ਕਿਸ ਦੀ ਅਗਵਾਈ ਦੇ ਵਿੱਚ ਗਠਿਤ ਕੀਤਾ ਗਿਆ, ਜਿਹੜਾ ਆਪਾਂ ਪੜ੍ਹਿਆ ਸੀਗਾ ਜੂਨ 1948 ਨੂੰ ਗਠਿਤ ਕੀਤਾ ਗਿਆ ਸੀ। ਤਾਂ ਕਿਸ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਸੀ, ਇਹਦੀ A ਆਪਸ਼ਨ ਬਿਲਕੁਲ ਸਹੀ ਹੋਊਗੀ, SK ਦਰ। ਤਾਂ SK ਦਰ ਦੀ ਜਿਹੜੀ ਅਗਵਾਈ ਦੇ ਵਿੱਚ ਦਰ ਕਮਿਸ਼ਨ ਦੀ ਅਗਵਾਈ ਕੀਤੀ ਗਈ ਸੀ, ਗਠਿਤ ਕੀਤਾ ਗਿਆ ਸੀ। ਦਰ ਕਮਿਸ਼ਨ ਜੋ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਦੀ ਸਿਫਾਰਿਸ਼ ਤੇ ਗਠਿਤ ਕੀਤਾ ਗਿਆ ਸੀ, ਆਧਾਰ ਤੇ ਰਾਜਾਂ ਦਾ ਨਿਰਮਾਣ ਹੋਣਾ ਚਾਹੀਦਾ। ਤਾਂ ਜਿਹੜੀ ਆਪਾਂ ਰਿਆਸਤਾਂ ਨੂੰ ਭਾਰਤੀ ਸੰਘ ਦੇ ਵਿੱਚ ਮਿਲਾਇਆ ਸੀ ਉਹ ਕਹਿੰਦੇ ਵੀ ਰਾਜਾਂ ਦਾ ਨਿਰਮਾਣ ਕਾਹਦੇ ਆਧਾਰ ਤੇ ਹੋਣਾ ਚਾਹੀਦਾ। ਤਾਂ ਦਰ ਕਮਿਸ਼ਨ ਨੇ ਜਿਹੜੀ ਆਪਣੀ ਸਿਫਾਰਿਸ਼ ਰੱਖੀ ਸੀ, ਇਹਨੇ ਕਿਹਾ ਸੀਗਾ ਵੀ ਪ੍ਰਸ਼ਾਸਨ ਦੇ ਆਧਾਰ ਤੇ ਹੋਣਾ ਚਾਹੀਦਾ ਗਾ। ਤਾਂ ਸਿਰਾਰ ਮੱਲੂ ਨੇ ਕਿਹਾ ਸੀਗਾ ਵੀ ਭਾਸ਼ਾ ਦੇ ਆਧਾਰ ਤੇ, ਪਰ ਤੁਸੀਂ ਯਾਦ ਰੱਖਣਾ ਦਰ ਕਮਿਸ਼ਨ ਨੇ ਕਿਹਾ ਸੀ ਪ੍ਰਸ਼ਾਸਨ, ਵੀ ਉਹ ਜਿਹੋ ਜਿਹਾ ਪ੍ਰਸ਼ਾਸਨ ਚਾਹੁੰਦੇ ਨੇ ਉਸ ਆਧਾਰ ਤੇ ਇਹਨਾਂ ਨੂੰ ਸ਼ਾਮਲ ਕਰਵਾਇਆ ਜਾਵੇ। ਤਾਂ ਇਹਦੀ B ਆਪਸ਼ਨ ਬਿਲਕੁਲ ਸਹੀ ਹੋ। ਤਾਂ ਰਾਜਾਂ ਦਾ ਨਿਰਮਾਣ ਕੀ ਦੱਸਿਆ ਸੀਗਾ, ਪ੍ਰਸ਼ਾਸਨ ਦੇ ਆਧਾਰ ਤੇ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ
JBP ਕਮੇਟੀ ਦੇ ਕੁੱਲ ਮੈਂਬਰ ਕਿੰਨੇ ਸੀ। ਤਾਂ ਇੱਥੋਂ ਯਾਦ ਰੱਖ ਸਕਦੇ ਹੋ, ਟ੍ਰਿਕ ਵੀ ਬਣ ਜੂਗਾ। JBP 3 ਆਪਣੇ ਕੋਲੇ ਕਰੈਕਟ ਨੇ, ਤਾਂ 3 ਇਹਦੀ ਆਪਸ਼ਨ ਆਊਗੀ। ਡੀ ਆਪਸ਼ਨ ਬਿਲਕੁਲ ਸਹੀ ਹੋਊ। ਇਹਦੇ ਮੈਂਬਰ ਜਿਹੜੇ ਸੀ ਆਪਣੇ ਕੋਲੇ 3 ਸੀ। ਉਸ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਕਿਹੜਾ JBP ਕਮੇਟੀ ਦਾ ਮੈਂਬਰ ਨਹੀਂ ਸੀ। ਤਾਂ ਇੱਥੇ ਆਪਾਂ ਯਾਦ ਰੱਖਣਾ ਨਹੀਂ ਸੀ। ਇਹਨਾਂ ਨੇ ਪੁੱਛਿਆ ਵੀ JBP ਕਮੇਟੀ ਦਾ ਮੈਂਬਰ ਨਹੀਂ ਸੀ, ਤਾਂ ਆਪਾਂ ਪੜਾਂਗੇ ਵੱਲਭ ਭਾਈ ਪਟੇਲ ਹੈਗੇ ਸੀਗੇ, ਜਵਾਹਰ ਲਾਲ ਨਹਿਰੂ ਇਹ ਵੀ ਹੈਗੇ ਸੀਗੇ, BP ਨਰਸਿਮਹਾ ਰਾਓ ਇਹ ਨਹੀਂ ਹੈਗੇ ਸੀ, ਕਿਉਂਕਿ BP ਨਰਸਿਮਹਾ ਰਾਓ ਆਪਣੇ ਜਿਹੜੇ ਕਿ ਪ੍ਰਾਈਮ ਮਿਨਿਸਟਰ ਸੀ, ਜਿਹੜੇ 1991 ਤੋਂ ਲੈ ਕੇ 1996 ਤੱਕ ਰਹੇ ਨੇ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਪੱਟਾ ਭਾਈ ਸੀਤਾਰਮਈਆ ਇਹ ਵੀ ਹੈਗੇ ਸੀ। ਤਾਂ ਆਪਣੇ ਕੋਲੇ C ਆਪਸ਼ਨ ਜਿਹੜੀ ਆ ਉਹ ਨਹੀਂ ਹੈਗੇ ਸੀ, ਨਹੀਂ ਪੁੱਛਿਆ ਗਿਆ ਸੀ, ਤਾਂ C ਆਪਸ਼ਨ ਆਊਗੀ, ਇਹ ਨਹੀਂ ਹੈਗੇ ਸੀ, ਇਹ PM ਸੀ ਆਪਣੇ ਭਾਰਤ ਦੇ। ਉਸ ਤੋਂ ਬਾਅਦ JBP ਕਮੇਟੀ ਨੇ ਆਪਣੀ ਰਿਪੋਰਟ ਵਿੱਚ ਰਾਜਾਂ ਦਾ ਆਧਾਰ ਕੀ ਦੱਸਿਆ ਸੀ। ਹੁਣ ਦਰ ਕਮਿਸ਼ਨ ਨੇ ਵੀ ਪ੍ਰਸ਼ਾਸਨ ਦਾ ਆਧਾਰ ਦੱਸਿਆ ਸੀ, ਤਾਂ JBP ਕਮੇਟੀ ਨੇ ਵੀ ਪ੍ਰਸ਼ਾਸਨ ਦੇ ਆਧਾਰ ਤੇ ਹੀ ਰਾਜਾਂ ਦਾ ਜਿਹੜਾ ਨਿਰਮਾਣ ਦੱਸਿਆ ਸੀ। ਤਾਂ ਇਹਨਾਂ ਦੀ ਵੀ B ਆਪਸ਼ਨ ਜਿਹੜੀ ਸਹੀ ਆਊਗੀ। ਪ੍ਰਸ਼ਾਸਨ ਦੇ ਆਧਾਰ ਤੇ ਇਹਨਾਂ ਨੇ ਕਿਹਾ ਸੀ ਰਾਜਾਂ ਦਾ ਨਿਰਮਾਣ ਹੋਣਾ ਚਾਹੀਦਾ। ਉਸ ਤੋਂ ਬਾਅਦ JBP ਕਮੇਟੀ ਦੁਆਰਾ ਆਪਣੀ ਰਿਪੋਰਟ ਕਦੋਂ ਸੌਂਪੀ ਗਈ ਸੀ। JBP ਕਮੇਟੀ ਨੇ ਆਪਣੀ ਰਿਪੋਰਟ ਸੌਂਪੀ ਸੀਗੀ 1949 ਦੇ ਵਿੱਚ, ਤਾਂ ਇਹਦੀ B ਆਪਸ਼ਨ ਬਿਲਕੁਲ ਸਹੀ ਹੋਊਗੀ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ 26 ਜਿਹੜਾ ਕੁਐਸਚਨ ਹੈਗਾ, ਰਾਜਾਂ ਦਾ ਆਧਾਰ ਭਾਸ਼ਾ ਹੋਣਾ ਚਾਹੀਦਾ, ਇਸ ਮੰਗ ਉੱਤੇ ਕੌਣ ਦ੍ਰਿੜ ਰਿਹਾ ਸੀ। ਤਾਂ ਰਾਜਾਂ ਦਾ ਆਧਾਰ ਭਾਸ਼ਾ ਹੋਣੀ ਚਾਹੀਦੀ ਹੈ, ਇਸ ਮੰਗ ਤੇ ਤੁਹਾਨੂੰ ਦੱਸਿਆ ਸੀਗਾ ਵੀ ਸਿਰਾਰ ਮੱਲੂ ਦ੍ਰਿੜ ਰਹੇ ਸੀ। ਤਾਂ ਇਹਨਾਂ ਨੇ ਗੱਲ ਕੀਤੀ ਸੀ ਵੀ ਰਾਜਾਂ ਦਾ ਜਿਹੜਾ ਨਿਰਮਾਣ ਆ ਉਹ ਭਾਸ਼ਾ ਦੇ ਆਧਾਰ ਤੇ ਹੋਣਾ ਚਾਹੀਦਾ। JBP ਕਮੇਟੀ ਨੇ ਕਿਹਾ ਸੀ ਪ੍ਰਸ਼ਾਸਨ ਦੇ ਆਧਾਰ ਤੇ ਹੋਣਾ ਚਾਹੀਦਾ। ਦਰ ਕਮਿਸ਼ਨ ਨੇ ਕਿਹਾ ਸੀਗਾ ਪ੍ਰਸ਼ਾਸਨ ਦੇ ਆਧਾਰ ਤੇ। ਤਾਂ ਸਿਰਾਰ ਮੱਲੂ ਨੇ ਕਿਹਾ ਸੀਗਾ ਵੀ ਆਪਣੇ ਕੋਲੇ ਰਾਜਾਂ ਦਾ ਜਿਹੜਾ ਆਧਾਰ ਆ ਉਹ ਭਾਸ਼ਾ ਹੋਣੀ ਚਾਹੀਦੀ, ਵੀ ਭਾਸ਼ਾ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਉਹ। ਉਸ ਤੋਂ ਬਾਅਦ ਸਿਰਾਰ ਮੱਲੂ ਜਿਹੜੇ ਨੇ ਆਪਣੇ ਕੋਲੇ, ਸਿਰਾਰ ਮੱਲੂ ਜਿਸ ਭਾਸ਼ਾ ਦੇ ਆਧਾਰ ਤੇ ਰਾਜਾਂ ਦੀ ਮੰਗ ਕੀਤੀ, ਕਿੰਨੇ ਦਿਨ ਭੁੱਖ ਹੜਤਾਲ ਮਗਰੋਂ ਰਾਜਾਂ ਦੀ ਮੰਗ ਕੀਤੀ ਗਈ। ਤਾਂ ਕਿੰਨੇ ਦਿਨ ਦੀ ਭੁੱਖ ਹੜਤਾਲ ਸੀ ਉਹ 58 ਦਿਨ ਦੀ ਸੀ। ਤਾਂ ਇਹਦੀ A ਆਪਸ਼ਨ ਬਿਲਕੁਲ ਸਹੀ ਹੋਊਗੀ। ਉਸ ਤੋਂ ਬਾਅਦ ਭਾਸ਼ਾ ਦੇ ਆਧਾਰ ਤੇ ਬਣਨ ਵਾਲਾ ਪਹਿਲਾ ਰਾਜ ਕਿਹੜਾ ਸੀ। ਤਾਂ ਭਾਸ਼ਾ ਦੇ ਆਧਾਰ ਤੇ ਬਣਨ ਵਾਲਾ ਪਹਿਲਾ ਰਾਜ ਆਪਣੇ ਕੋਲੇ ਆਂਧਰਾ ਸੀ। ਤਾਂ ਇਹ ਵੀ ਦੇਖਾਂਗੇ ਕਦੋਂ ਬਣਿਆਗਾ, ਤਾਂ ਇਹਦੀ C ਆਪਸ਼ਨ ਬਿਲਕੁਲ ਸਹੀ ਹੋਊਗੀ। ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ ਤੇ ਬਣਨ ਵਾਲਾ ਪਹਿਲਾ ਰਾਜ ਕਦੋਂ ਬਣਿਆ ਸੀ। ਤਾਂ ਇਹ ਬਣਿਆ ਸੀ ਆਪਣੇ ਕੋਲੇ 1 ਅਕਤੂਬਰ 1953 ਨੂੰ। ਤਾਂ ਇਹਦੀ B ਆਪਸ਼ਨ ਬਿਲਕੁਲ ਸਹੀ ਆ। 1 ਅਕਤੂਬਰ 1953 ਨੂੰ ਜਿਹੜਾ ਆਂਧਰਾ ਪ੍ਰਦੇਸ਼ ਪਹਿਲਾ ਰਾਜ ਸੀ ਜਿਹੜਾ ਭਾਸ਼ਾ ਦੇ ਆਧਾਰ ਤੇ ਬਣਾਇਆ ਗਿਆ ਸੀਗਾ। ਰਾਜਾਂ ਦਾ ਪੁਨਰਗਠਨ ਆਯੋਗ ਕਦੋਂ ਬਣਿਆ ਸੀ। ਰਾਜਾਂ ਦਾ ਪੁਨਰਗਠਨ ਜਿਹੜਾ ਆਯੋਗ ਸੀਗਾ ਉਹ ਬਣਿਆ ਸੀ ਦਸੰਬਰ 1953 ਦੇ ਵਿੱਚ। ਤਾਂ ਇਹਦੀ D ਆਪਸ਼ਨ ਬਿਲਕੁਲ ਸਹੀ ਆ। ਤਾਂ ਇਹ ਆਪਣੇ ਜਿਹੜੇ ਪੋਲੀਟੀਕਲ ਦੇ ਨਾਲ ਰਿਲੇਟਡ MCQ ਸੀਗੇ, ਇਹ ਆਪਾਂ ਪਾਰਟ ਵਾਈਜ਼ ਕਰਾਂਗੇ। ਇਹ ਆਪਾਂ ਪਹਿਲੇ ਪਾਰਟ ਦੇ ਵਿੱਚ ਜਿਹੜੇ ਨੇ 30 MCQ ਸੋਲਵ ਕੀਤੇ ਨੇ, ਤਾਂ ਅਗਲੇ ਪਾਰਟ ਦੇ ਵਿੱਚ 30 ਹੋਰ ਸੋਲਵ ਕਰਾਂਗੇ। ਤਾਂ ਕੋਸ਼ਿਸ਼ ਰਹੂਗੀ ਵੀ ਇਸ ਤੋਂ ਬਾਹਰ ਕੋਈ ਵੀ ਕੁਐਸਚਨ ਬਣ ਕੇ ਨਾ ਆਵੇ ਤੁਹਾਨੂੰ ਪੋਲੀਟੀਕਲ ਦੇ ਵਿੱਚੋਂ, ਠੀਕ ਹੈ ਜੀ। ਤਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ, ਤੇ ਅਗਲੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਚਾਣਕੇ ਐਜੂਕੇਸ਼ਨ ਅਕੈਡਮੀ ਬਰਨਾਲਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।